ਜਦੋਂ ਪਤੀ ਪਤਨੀ ਦੇ ਵਿੱਚ ਆਪਸ ਦੇ ਵਿੱਚ ਝਗੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਖਿਆਲ ਆਉਂਦੇ ਹਨ। ਜਿਸ ਦੇ ਵਿੱਚ ਸਾਰਿਆਂ ਨਾਲੋਂ ਮਹੱਤਵਪੂਰਨ ਖਿਆਲ ਜਿਹੜਾ ਆਉਂਦਾ ਹੈ ਉਹ ਦੂਸਰੇ ਵਿਆਹ ਦਾ ਹੁੰਦਾ ਹੈ। ਪਤੀ ਵੀ ਸੋਚਦਾ ਹੈ ਵੀ ਮੈਂ ਦੂਸਰਾ ਵਿਆਹ ਕਰ ਲਾਂ, ਪਤਨੀ ਵੀ ਸੋਚਦੀ ਹੈ ਮੈਂ ਦੂਸਰਾ ਵਿਆਹ ਕਰ ਲਾਂ। ਨਾਲੇ ਉਹਨਾਂ ਦੇ ਮਨ ਦੇ ਵਿੱਚ ਇਹੀ ਵੀ ਖਿਆਲ ਆਉਂਦਾ ਹੈ ਕਿ ਜੇਕਰ ਮੈਨੇ ਦੂਸਰਾ ਵਿਆਹ ਕਰਾ ਲਿੱਤਾ ਤਾਂ ਕੀ ਮੈਨੂੰ ਸਜ਼ਾ ਹੋਏਗੀ, ਪਰੰਤੂ ਇਹੋ ਜਿਹਾ ਕੁਛ ਨਹੀਂ ਹੈ। ਕਾਨੂੰਨ ਦੇ ਵਿੱਚ ਕਈ ਜਿਹੜੀਆਂ ਨੇ ਪੇਚੀਦਗੀਆਂ ਨੇ, ਕਈ ਪੁਆਇੰਟਸ ਨੇ ਜਿਨ੍ਹਾਂ ਦੇ ਬੇਸ 'ਤੇ, ਜਿਨ੍ਹਾਂ ਦੇ ਆਧਾਰ 'ਤੇ ਸੈਕਸ਼ਨ 494 IPC ਦੇ ਤਹਿਤ ਦੂਸਰਾ ਵਿਆਹ ਕਰਾਉਣ ਦੀ ਸਜ਼ਾ ਨਹੀਂ ਹੋਏਗੀ। ਅੱਜ ਮੈਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਪੇਚੀਦਗੀਆਂ ਬਾਰੇ, ਇਹਨਾਂ ਪੁਆਇੰਟਸ ਬਾਰੇ ਗੱਲ ਕਰਾਂਗਾ, ਜਿਨ੍ਹਾਂ ਪੁਆਇੰਟਸ ਨੂੰ ਅਗਰ ਤੁਹਾਡੇ ਕੇਸ ਦੇ ਵਿੱਚ ਆ ਜਾਂਦੇ ਆ ਤਾਂ ਜਿਹੜਾ ਕਾਨੂੰਨ ਵੀ ਹੈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਮੈਂ ਤੁਹਾਨੂੰ ਦੂਸਰਾ ਵਿਆਹ ਕਰਾਉਣ ਵਾਸਤੇ ਕਦੇ ਐਡਵਾਈਸ ਨਹੀਂ ਕਰਾਂਗਾ, ਕਿਉਂਕਿ ਜਿਹੜੀ ਜ਼ਿੰਦਗੀ ਪਿਆਰ ਨਾਲ ਜਿਹੜੀ ਚੱਲਦੀ ਹੈ ਉਸ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਹੜਾ ਹੈ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਰਹੇਗੀ। ਪਿਆਰ ਬਹੁਤ ਮਹੱਤਵਪੂਰਨ ਚੀਜ਼ ਹੈ। ਕੋਈ ਵੀ ਕਾਨੂੰਨ, ਕੋਈ ਵੀ ਅਦਾਲਤ ਜੋ ਹੈ ਉਹ ਇਨਸਾਨ ਨੂੰ ਪਿਆਰ ਨਹੀਂ ਸਿਖਾ ਸਕਦੀ। ਜ਼ਿੰਦਗੀ ਜਿਹੜੀ ਹੈ ਪਿਆਰ ਦੇ ਆਸਰੇ ਬਹੁਤ ਵਧੀਆ ਚੱਲਦੀ ਹੈ। ਹਾਂ, ਜੇਕਰ ਤੁਹਾਡੇ ਅੰਦਰ ਕੋਈ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ, ਤੁਹਾਨੂੰ ਜਿਹੜਾ ਹੈ ਦੂਸਰਾ ਵਿਆਹ ਕਰਾਉਣ ਲਈ ਮਜਬੂਰ ਹੋਣਾ ਪੈਂਦਾ ਹੈ, ਤਾਂ ਜਿਹੜੀ ਹੈ ਤੁਸੀਂ ਮੇਰੀ ਸਾਰੀ ਵੀਡੀਓ ਜਿਹੜੀ ਬੜੇ ਧਿਆਨ ਨਾਲ ਸੁਣਿਓ। ਕਾਨੂੰਨ ਦੀਆਂ ਕੀ ਪੇਚੀਦਗੀਆਂ ਨੇ, ਕੀ ਜਾਣਕਾਰੀਆਂ ਨੇ, ਕਿੰਨਾ ਪੁਆਇੰਟਸ ਦੇ ਉੱਤੇ ਜਿਹੜਾ ਹੈ ਇਨਸਾਨ ਇਹਨਾਂ ਦੇ ਵਿੱਚੋਂ ਬਰੀ ਹੋ ਜਾਂਦਾ ਹੈ ਔਰ ਕਾਨੂੰਨ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਇਲਜ਼ਾਮ ਲਗਾਉਣਾ ਬਹੁਤ ਸੌਖਾ ਹੈ, ਲੇਕਿਨ ਉਸ ਨੂੰ ਸਾਬਤ ਕਰਨਾ ਜਿਹੜਾ ਹੈ ਬਹੁਤ ਮੁਸ਼ਕਿਲ ਹੈ। ਦੂਸਰੇ ਵਿਆਹ ਦਾ ਇਲਜ਼ਾਮ ਜਦੋਂ ਵੀ ਇੱਕ ਦੂਸਰੇ 'ਤੇ ਲਗਾਇਆ ਜਾਂਦਾ ਹੈ, ਉਸ ਨੂੰ ਸਾਬਤ ਕਰਨ ਵਾਸਤੇ ਕੀ ਕੁਝ ਜ਼ਰੂਰੀ ਹੈ। ਅਗਰ ਉਹ ਉਸ ਤਰ੍ਹਾਂ ਸਾਬਤ ਨਹੀਂ ਹੁੰਦਾ ਤਾਂ ਕੋਈ ਵੀ ਕਾਨੂੰਨ ਜਿਹੜਾ ਹੈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਇੱਥੇ ਇੱਕ ਮੈਂ ਤੁਹਾਨੂੰ ਬਹੁਤ ਮਹੱਤਵਪੂਰਨ ਗੱਲ ਦੱਸਣ ਲੱਗਿਆ ਹਾਂ। 1956 ਤੋਂ ਪਹਿਲਾਂ ਇੱਕ ਹਿੰਦੂ ਜਿੰਨੇ ਮਰਜ਼ੀ ਵਿਆਹ ਕਰਵਾ ਸਕਦਾ ਸੀ, ਉਸ ਦੇ ਉੱਪਰ ਕੋਈ ਰੈਸਟ੍ਰਿਕਸ਼ਨ ਨਹੀਂ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਹਨ ਜਿਨ੍ਹਾਂ ਨੇ ਬਹੁਤ ਸਾਰੇ ਵਿਆਹ ਕਰਵਾਏ ਸੀਗੇ, ਲੇਕਿਨ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਆਈ। ਮੈਂ ਉੱਥੇ ਤੁਹਾਨੂੰ ਇਹ ਐਗਜ਼ਾਮਪਲਾਂ ਦੇ ਕੇ ਵਕਤ ਜਿਹੜਾ ਹੈ ਖਰਾਬ ਨਹੀਂ ਕਰਨਾ ਚਾਹੁੰਦਾ। 1956 ਦੇ ਵਿੱਚ ਜਦੋਂ ਹਿੰਦੂ ਮੈਰਿਜ ਐਕਟ ਪਾਸ ਕੀਤਾ ਗਿਆ ਤਾਂ ਇਹ ਵੀ ਨਾਲ ਕਾਨੂੰਨ ਪਾਸ ਕੀਤਾ ਗਿਆ ਕਿ ਜਿਹੜਾ ਹੈ ਦੂਸਰਾ ਵਿਆਹ ਜਿਹੜਾ ਬੰਦਾ ਹੈ ਨਹੀਂ ਕਰਾ ਸਕਦਾ। ਅਗਰ ਕੋਈ ਇਨਸਾਨ ਦੀ ਪਹਿਲੀ ਪਤਨੀ ਜਿਉਂਦੀ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਉਹ ਦੂਸਰਾ ਵਿਆਹ ਨਹੀਂ ਕਰਵਾ ਸਕਦਾ। ਹਰ ਹਿੰਦੂ ਨੂੰ ਜਿਹੜਾ ਹੈ ਉਹ ਇੱਕ ਵਿਆਹ ਦੀ ਮਨਜ਼ੂਰੀ ਦਿੱਤੀ ਗਈ ਵੀ ਜਿਹੜਾ ਹਿੰਦੂ ਹੈ ਉਹ ਇੱਕ ਵਿਆਹ ਹੀ ਕਰਾ ਸਕਦਾ ਹੈ। ਹਿੰਦੂ ਦੇ ਵਿੱਚ ਕੌਣ ਆਉਂਦਾ ਹੈ? ਹਿੰਦੂ ਦੇ ਵਿੱਚ ਹਿੰਦੂ, ਸਿੱਖ, ਬੋਧੀ ਤੇ ਜੈਨੀ, ਇਹ ਜਿਹੜੇ ਸਾਰੇ ਹੈ ਹਿੰਦੂ ਦੀ ਡੈਫੀਨੇਸ਼ਨ ਦੇ ਅੰਡਰ ਕਵਰ ਹੁੰਦੇ ਨੇ। ਅੱਜ ਦੀ ਵੀਡੀਓ ਦੇ ਵਿੱਚ ਦੂਸਰੇ ਵਿਆਹ ਦੇ ਸਬੰਧ ਦੇ ਵਿੱਚ ਅਤੇ ਜੋ ਕਾਨੂੰਨੀ ਨੁਕਤੇ ਹਨ, ਉਹਨਾਂ ਨੁਕਤਿਆਂ ਨਾਲ ਤੁਸੀਂ ਕਿਵੇਂ ਬਚ ਸਕਦੇ ਹੋ, ਇਹ ਮੈਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗਾ। ਸੈਕਸ਼ਨ 494 ਇੰਡੀਅਨ ਪੀਨਲ ਕੋਡ ਜਿਹੜੀ ਹੈ ਬਾਈਗੇਮੀ ਨੂੰ, ਦੂਸਰੇ ਵਿਆਹ ਨੂੰ ਕਵਰ ਕਰਦੀ ਹੈ। ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਹੈ ਇੱਕ ਪਤੀ ਜਾਂ ਪਤਨੀ ਅਗਰ ਜਿਉਂਦਾ ਹੈ ਤਾਂ ਉਹ ਦੂਸਰਾ ਪਤੀ ਜਾਂ ਪਤਨੀ ਦੂਸਰਾ ਵਿਆਹ ਨਹੀਂ ਕਰਵਾ ਸਕਦੇ। ਇਸ ਨੂੰ ਕਹਿੰਦੇ ਨੇ ਬਾਈਗੈਮੀ। ਦੂਸਰੇ ਵਿਆਹ 'ਤੇ ਜਿਹੜਾ ਹੈ ਅਪਰਾਧ ਮੰਨਿਆ ਜਾਂਦਾ ਹੈ। ਇਸ ਸੈਕਸ਼ਨ 494 ਮੁਤਾਬਕ ਇਨਸਾਨ ਨੂੰ 7 ਸਾਲ ਦੀ ਸਜ਼ਾ ਹੋ ਸਕਦੀ ਹੈ। ਇਸੇ ਤਰ੍ਹਾਂ ਕਈ ਤਰ੍ਹਾਂ ਦੇ ਖਿਆਲ ਆਉਂਦੇ ਹਨ ਪਤੀਆਂ ਦੇ ਵਿੱਚ, ਪਤਨੀਆਂ ਦੇ ਵਿੱਚ ਕਿ ਵੀ ਦੂਸਰਾ ਵਿਆਹ ਕਰਵਾ ਲਿੱਤਾ ਕੀ ਉਹਨਾਂ ਨੂੰ ਸਜ਼ਾ ਹੋਏਗੀ, ਕਾਨੂੰਨ ਦੀ ਕੀ ਪ੍ਰਤੀਕਿਰਿਆ ਹੈ। ਇਸ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਹਾਂ। ਜਿਹੜਾ ਸੈਕਸ਼ਨ 494 IPC ਦਾ ਕੇਸ ਹੈ, ਇਹਦੇ ਵਿੱਚ ਜਿਹੜੀ ਸਾਰਿਆਂ ਨਾਲੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹਦੇ ਵਿੱਚ ਪੁਲਿਸ ਕਾਰਵਾਈ ਨਹੀਂ ਕਰ ਸਕਦੀ। ਇਹ ਜਿਹੜਾ ਓਫੈਂਸ ਹੈ ਇਹ ਨਾਨ ਕੋਗਨੀਜ਼ੇਬਲ ਓਫੈਂਸ ਹੈ। ਨਾਨ ਕੋਗਨੀਜ਼ੇਬਲ ਦਾ ਮਤਲਬ ਹੁੰਦਾ ਹੈ ਕਿ ਪੁਲਿਸ ਇਸ ਦੇ ਵਿੱਚ ਕੋਈ ਕਾਰਵਾਈ ਨਹੀਂ ਕਰ ਸਕਦੀ ਅਤੇ ਨਾ ਹੀ ਕੋਈ FIR ਦਰਜ ਹੋ ਸਕਦੀ ਹੈ। ਇਸ ਕਰਕੇ ਇਸ ਗੱਲ 'ਤੇ ਆਪਣੇ ਮਨ ਦੇ ਵਿੱਚ ਪੂਰੀ ਜਾਣਕਾਰੀ ਬਿਠਾ ਲਓ ਕਿ 494 ਦੂਸਰੇ ਵਿਆਹ ਦੇ ਸਬੰਧ ਵਿੱਚ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੋਏਗੀ, ਤੁਹਾਡੀ ਕੋਈ ਅਰੈਸਟ ਨਹੀਂ ਹੋਏਗੀ। ਅਗਰ ਕੋਈ ਕਾਰਵਾਈ ਹੁੰਦੀ ਹੈ ਤਾਂ ਜਿਹੜੀ ਹੈ ਪਤੀ ਜਾਂ ਪਤਨੀ ਨੂੰ ਮੈਜਿਸਟ੍ਰੇਟ ਕੋਲ ਕੰਪਲੇਂਟ ਫਾਈਲ ਕਰਨੀ ਪਏਗੀ, ਜਿੱਥੇ ਉਸ ਨੂੰ ਇਹ ਸਬੂਤ ਦੇਣੇ ਪੈਣਗੇ ਕਿ ਜਿਹੜਾ ਹੈ
ਪਤੀ ਜਾਂ ਪਤਨੀ ਨੇ ਤੁਸੀਂ ਨੇ ਜਿਹੜਾ ਹੈ ਦੂਸਰਾ ਵਿਆਹ ਕਰਵਾ ਲਿੱਤਾ ਹੈ, ਉਸ ਦੇ ਸੰਬੰਧ ਵਿੱਚ ਜਿੰਨੀ ਜਾਣਕਾਰੀ ਹੈ ਕੋਰਟ ਦੇ ਵਿੱਚ ਦਿੱਤੀ ਜਾਏਗੀ। ਜਿਸ ਇਨਸਾਨ ਨੇ ਜਿਹੜਾ ਹੈ ਉਹ ਵਿਆਹ ਅਟੈਂਡ ਕੀਤਾ ਹੈ ਉਸ ਦੇ ਬਿਆਨ ਹੋਣਗੇ। ਜਿਸ ਨੇ ਫੋਟੋਗ੍ਰਾਫਸ ਖਿੱਚੀਆਂ ਹਨ ਉਸ ਬੰਦੇ ਦੇ ਬਿਆਨ ਹੋਣਗੇ ਵੀ ਮੈਨੇ ਇਸ ਵਿਆਹ ਦੇ ਵਿੱਚ ਇਹ ਫੋਟੋਗ੍ਰਾਫਸ ਮੇਰੀਆਂ ਖਿੱਚੀਆਂ ਹੋਈਆਂ ਹਨ ਤੇ ਇਸ ਕੈਮਰੇ ਤੋਂ ਖਿੱਚੀਆਂ ਹੋਈਆਂ ਹਨ। ਉਸ ਨੂੰ ਸਾਬਤ ਕਰਨ ਤੋਂ ਬਾਅਦ ਤਾਂ ਜਿਹੜਾ ਹੈ ਮੈਜਿਸਟ੍ਰੇਟ ਚੈੱਕ ਕਰੇਗਾ ਕਿ ਉਸਨੇ ਦੂਜੀ ਧਿਰ ਨੂੰ ਸਮਨ ਕਰਨਾ ਹੈ ਜਾਂ ਨਹੀਂ ਕਰਨਾ, ਉਸ ਨੂੰ ਕੋਰਟ ਦੇ ਵਿੱਚ ਬੁਲਾਉਣਾ ਹੈ ਜਾਂ ਨਹੀਂ ਬੁਲਾਉਣਾ। ਅਗਰ ਮੈਜਿਸਟ੍ਰੇਟ ਦੀ ਉਸ 'ਤੇ ਸੈਟਿਸਫੈਕਸ਼ਨ ਹੋਏਗੀ, ਅਗਰ ਸਬੂਤ ਪ੍ਰੋਪਰ ਹੋਣਗੇ ਤਾਂ ਹੀ ਜਿਹੜਾ ਹੈ ਤੁਹਾਨੂੰ ਸਮਨ ਕੀਤਾ ਜਾਏਗਾ। ਅਦਰਵਾਈਜ਼ ਮੈਜਿਸਟ੍ਰੇਟ ਸਾਹਿਬ ਕੋਰਟ ਤੋਂ ਜਿਹੜਾ ਹੈ ਕੋਈ ਤੁਹਾਨੂੰ ਸਮਨ ਨਹੀਂ ਆਣਗੇ। ਇਸ ਕਿਰਿਆ ਨੂੰ ਪੂਰਾ ਕਰਨ ਲਈ ਜਿਹੜਾ ਹੈ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ 'ਤੇ ਇਹਨਾਂ ਕਿਰਿਆਵਾਂ ਨੂੰ ਜਾਂ ਇਹਨਾਂ ਐਵੀਡੈਂਸ ਨੂੰ ਕੋਰਟ ਦੇ ਸਮਕਸ਼ ਰੱਖਣ ਵਾਸਤੇ ਪਤੀ ਜਾਂ ਪਤਨੀ ਦਾ ਜਿਹੜਾ ਹੈ ਬਹੁਤ ਸਮਾਂ ਬਰਬਾਦ ਹੋ ਜਾਂਦਾ ਹੈ। ਸੈਕਸ਼ਨ 494 ਦੇ ਵਿੱਚ ਇੱਕ ਹੋਰ ਜਿਹੜੀ ਮਹੱਤਵਪੂਰਨ ਖਿਆਲ ਆਉਂਦਾ ਹੈ ਉਹ ਹੈ ਕਿ ਵੀ ਅਗਰ ਮੈਨੇ ਦੂਸਰਾ ਵਿਆਹ ਕਰਵਾ ਲਿੱਤਾ ਜਾਂ ਤੁਸੀਂ ਦੂਸਰਾ ਵਿਆਹ ਕਰਵਾ ਲਿੱਤਾ ਕੀ ਤੁਹਾਡੀ ਅਰੈਸਟ ਹੋਏਗੀ। ਮੈਂ ਤੁਹਾਨੂੰ ਇੱਥੇ ਇਹ ਦੱਸ ਦੇਵਾਂ ਜਿਹੜਾ ਇਹ ਓਫੈਂਸ ਹੈ ਇਹ ਹੈ ਬੇਲੇਬਲ ਓਫੈਂਸ। ਇਹਦੇ ਵਿੱਚ ਜ਼ਮਾਨਤ ਤੁਹਾਨੂੰ ਬਤੌਰ ਰਾਈਟ ਮਿਲ ਜਾਏਗੀ। ਜਦੋਂ ਵੀ ਕੋਰਟ ਦੇ ਵਿੱਚੋਂ ਤੁਹਾਨੂੰ ਸਮਨ ਆਉਂਦੇ ਨੇ ਤੁਸੀਂ ਆਪਣਾ ਜ਼ਮਾਨਤੀ ਨਾਲ ਜੋ ਜ਼ਮਾਨਤ ਦੀ ਪ੍ਰਕਿਰਿਆ ਹੈ ਉਸ ਨੂੰ ਪੂਰਾ ਕਰਦੇ ਹੋਏ ਤੁਹਾਨੂੰ ਜ਼ਮਾਨਤ ਮਿਲ ਜਾਏਗੀ। ਤੁਹਾਡੀ ਇਸ ਦੇ ਵਿੱਚ ਕੋਈ ਅਰੈਸਟ ਨਹੀਂ ਹੋਏਗੀ ਕਿਉਂਕਿ ਜਿਹੜੀ ਹੈ ਪੁਲਿਸ ਵੱਲੋਂ FIR ਦਰਜ ਨਹੀਂ ਹੋ ਸਕਦੀ ਤੇ ਬੇਲੇਬਲ ਓਫੈਂਸ ਹੈ। ਇਸ ਕਰਕੇ ਜਦੋਂ ਤੁਸੀਂ ਕੋਰਟ 'ਚ ਜਾਓਗੇ ਐਜ਼ ਏ ਮੈਟਰ ਆਫ ਰਾਈਟ ਜਿਹੜਾ ਹੈ ਤੁਹਾਨੂੰ ਜ਼ਮਾਨਤ ਮਿਲ ਜਾਏਗੀ। ਇਸ ਕਰਕੇ ਇਹਦੇ ਲਈ ਬਹੁਤਾ ਜਿਹੜਾ ਹੈ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸੈਕਸ਼ਨ 494 IPC ਜੋ ਬਾਈਗੈਮੀ ਨਾਲ ਸੰਬੰਧਿਤ ਹੈ ਇਸ ਦੇ ਵਿੱਚ ਜਿਹੜੀ ਹੈ ਐਵੀਡੈਂਸ ਕੀ ਹੋਣਾ ਚਾਹੀਦਾ ਹੈ, ਇਹਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈ ਬਿਆਨ ਕਰਵਾਏ ਜਾਣਗੇ ਤਾਂ ਹੀ ਜਿਹੜੀ ਹੈ ਸਜ਼ਾ ਜ਼ਰੂਰੀ ਹੋਏਗੀ। ਜਿਹੜੀ ਸਾਰਿਆਂ ਨਾਲੋਂ ਪਹਿਲੀ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ ਜਾਂ ਜ਼ਰੂਰਤ ਹੈ ਕੋਰਟ ਦੇ ਵਿੱਚ ਐਵੀਡੈਂਸ ਕਰਵਾਉਣ ਦੀ ਉਹ ਇਹ ਹੈ, ਇਹ ਸਾਬਤ ਕਰਨਾ ਪਏਗਾ ਕਿ ਜਿਹੜੀ ਹੈ ਦੋਸ਼ੀ ਨੇ ਜਾਂ ਤੁਸੀਂ ਨੇ ਇਹ ਜਿਹੜਾ ਵਿਆਹ ਕਰਵਾਇਆ ਹੈ ਦੂਸਰਾ ਵਿਆਹ ਕਰਵਾਇਆ ਹੈ ਇਹ ਪੂਰੇ ਰੀਤੀ ਰਿਵਾਜ ਮੁਤਾਬਕ ਕਸਟਮ ਦੇ ਮੁਤਾਬਕ ਜੋ ਤੁਹਾਡੇ ਕਸਟਮ ਹਨ ਉਹਨਾਂ ਦੇ ਮੁਤਾਬਕ ਅਗਰ ਸ਼ਾਦੀ ਤੁਸੀਂ ਕਰਵਾਈ ਹੈ ਤਾਂ ਜਿਸ ਨੇ ਤੁਹਾਡੀ ਸ਼ਾਦੀ ਕਰਵਾਈ ਹੈ ਉਸ ਦੇ ਬਿਆਨ ਹੋਣੇ ਜ਼ਰੂਰੀ ਹਨ। ਕਿਉਂ ਜਿਹੜੀ ਸੈਰੇਮਨੀਜ਼ ਨੇ ਜਾਂ ਕਸਟਮ ਹੈ ਜਾਂ ਜੋ ਵੀ ਉਹਦੇ ਵਿੱਚ ਹੁੰਦਾ ਹੈ ਉਸ ਨੂੰ ਸਾਬਤ ਕਰਨ ਵਾਸਤੇ ਕੌਣ ਕਹੇਗਾ ਵੀ ਮੈਨੇ ਰੀਤੀ ਰਿਵਾਜਾਂ ਮੁਤਾਬਕ ਇਸ ਤਰ੍ਹਾਂ ਦੀਆਂ ਸੈਰੇਮਨੀਜ਼ ਕੀਤੀਆਂ ਹਨ, ਉਹ ਹੈ ਪੰਡਤ ਜਾਂ ਭਾਈ ਜੀ ਜਿਸ ਨੇ ਲਾਵਾਂ ਫੇਰੇ ਕਰਵਾਏ ਹਨ। ਉਹਨਾਂ ਦਾ ਬਿਆਨ ਕਰਾਉਣਾ ਬਹੁਤ ਜ਼ਰੂਰੀ ਹੈ। ਤੇ ਦੂਸਰੀ ਗੱਲ ਜਦੋਂ ਤੁਹਾਡਾ ਵਿਆਹ ਹੋ ਰਿਹਾ ਹੁੰਦਾ ਹੈ ਤਾਂ ਉਸ ਦੀਆਂ ਜਿਹੜੀਆਂ ਸੈਰੇਮਨੀਜ਼ ਨੇ ਉਹਨਾਂ ਦੀਆਂ ਫੋਟੋਗ੍ਰਾਫਸ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਕਰਕੇ ਇਸ ਜਿਹੜੀ ਹੈ ਸ਼ਾਦੀ ਨੂੰ ਪ੍ਰੂਵ ਕਰਨਾ ਜਿਹੜਾ ਹੈ ਬਹੁਤ ਮੁਸ਼ਕਲ ਹੈ। ਜਦੋਂ ਤੱਕ ਇਹ ਸੈਰੇਮਨੀਜ਼ ਜਾਂ ਕਸਟਮ ਜਾਂ ਯੂਸੇਜ ਜਿਹੜਾ ਹੈ ਉਹ ਪ੍ਰੂਫ ਨਹੀਂ ਹੋ ਜਾਂਦਾ ਉਦੋਂ ਤੱਕ ਜਿਹੜੀ ਹੈ ਤੁਹਾਨੂੰ ਸਜ਼ਾ ਨਹੀਂ ਹੋ ਸਕਦੀ। ਸੈਕਸ਼ਨ 494 ਦੇ ਤਹਿਤ ਦੂਸਰੇ ਵਿਆਹ ਦੀ ਸਜ਼ਾ ਨਹੀਂ ਹੋ ਸਕਦੀ। ਅਗਰ ਪਤੀ ਜਾਂ ਪਤਨੀ ਵੱਲੋਂ ਦੂਸਰੇ ਵਿਆਹ ਦੇ ਸੰਬੰਧ ਵਿੱਚ ਕੋਈ ਫੋਟੋਗ੍ਰਾਫਸ, ਕੋਈ ਡਾਕੂਮੈਂਟਸ, ਕੋਈ WhatsApp ਸਟੇਟਸ, ਕੋਈ ਇੰਸਟਾਗ੍ਰਾਮ ਤੇ ਇਹੋ ਜਿਹੀ ਕੋਈ ਗੱਲ ਪਾਈ ਹੋਵੇ ਜਾਂ ਤੁਹਾਡੀ ਕੋਈ ਦੂਸਰੀ ਕਿਸੇ ਜਿਸ ਨਾਲ ਤੁਸੀਂ ਦੂਸਰਾ ਵਿਆਹ ਕਰਾਇਆ ਹੈ ਉਸ ਨਾਲ ਫਿਰਦੇ ਤੁਰਦੇ ਦੀ ਕੋਈ ਫੋਟੋਗ੍ਰਾਫ ਪੇਸ਼ ਕਰ ਦਿੱਤੀ ਗਈ ਹੈ, ਇਹਨਾਂ ਦੇ ਡਾਕੂਮੈਂਟਸ ਦੇ ਨਾਲ ਤੁਹਾਨੂੰ ਸਜ਼ਾ ਨਹੀਂ ਹੋਏਗੀ। ਇਹਨਾਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਸਜ਼ਾ ਕਰਾਉਣ ਵਾਸਤੇ ਜਿਹੜੀਆਂ ਹੈ ਸੈਰੇਮਨੀਜ਼ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਜਿਹੜੀ ਹੈ ਮੈਰਿਜ ਵੈਲਿਡ ਮੰਨੀ ਜਾਏਗੀ। ਅਦਰਵਾਈਜ਼ ਜਿਹੜੀ ਹੈ ਉਹ ਦੂਸਰਾ ਵਿਆਹ ਨਹੀਂ ਮੰਨਿਆ ਜਾਏਗਾ। ਇਸ ਦੇ ਨਾਲ ਜਿਸ ਨੇ ਵੀ ਸ਼ਿਕਾਇਤ ਕੀਤੀ ਹੈ ਉਸ ਨੂੰ ਆਪਣਾ ਜਿਹੜਾ ਹੈ ਵਿਆਹ ਵੀ ਸਾਬਤ ਕਰਨਾ ਪਏਗਾ। ਆਪਣੇ ਵਿਆਹ ਦੀਆਂ ਸੈਰੇਮਨੀਜ਼ ਵੀ ਸਾਬਤ ਕਰਨੀਆਂ ਪੈਣਗੀਆਂ। ਅਗਰ ਉਹ ਸੈਰੇਮਨੀਜ਼ ਨਹੀਂ ਸਾਬਤ ਹੁੰਦੀਆਂ ਇਸ ਦੇ ਨਾਲ ਉਹ ਪਹਿਲਾ ਵਿਆਹ ਨਹੀਂ ਸਾਬਤ ਹੁੰਦਾ ਤਾਂ ਵੀ ਜਿਹੜੀ ਹੈ ਸਜ਼ਾ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਇਹ ਵੀ ਨਾਲ ਸਾਬਤ ਕਰਨਾ ਪਏਗਾ ਕਿ ਜਿਹੜਾ ਮੇਰਾ ਪਹਿਲਾ ਵਿਆਹ ਹੈ ਇਹਦੇ ਵਿੱਚ ਕੋਈ ਤਲਾਕ ਨਹੀਂ ਹੋਇਆ, ਇਹ ਹੁਣ ਵੀ ਸਬਸਿਸਟ ਕਰਦਾ ਹੈ। ਇੰਨੇ ਸਬੂਤ ਹੋਣ ਦੇ ਬਾਵਜੂਦ ਜੇ ਹੋਣਗੇ ਤਾਂ ਹੀ ਜਿਹੜੀ ਹੈ ਸਜ਼ਾ ਹੋ ਸਕਦੀ ਹੈ, ਅਦਰਵਾਈਜ਼ ਸਜ਼ਾ ਨਹੀਂ ਹੋ ਸਕਦੀ। ਮੈਂ ਕਦੇ ਵੀ ਨਹੀਂ ਚਾਹੁੰਦਾ ਵੀ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਦੂਸਰਾ ਵਿਆਹ ਕਰਾਉਣ ਦੀ ਜ਼ਰੂਰਤ ਪਵੇ। ਕੋਸ਼ਿਸ਼ ਕਰੋ
ਜਿਹੜਾ ਪਹਿਲਾ ਵਿਆਹ ਹੈ ਇਹੀ ਪ੍ਰੇਮ ਪਿਆਰ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਲੰਘਦਾ ਚਲਾ ਜਾਵੇ। ਕਿਉਂ ਕੋਈ ਵੀ ਕਚਹਿਰੀ ਕੋਰਟ ਜਿਹੜੀ ਹੈ ਤੁਹਾਨੂੰ ਪਿਆਰ ਨਹੀਂ ਸਿਖਾਏਗੀ। ਪਿਆਰ ਤੁਹਾਡੀ ਆਪਣੀ ਉਪਜ ਹੈ, ਆਪਣੀ ਦੇਣ ਹੈ, ਆਪਸੀ ਸੰਬੰਧ ਨੇ। ਹਾਂ, ਜੇਕਰ ਤੁਹਾਡੀ ਕਿਸੇ ਤਰੀਕੇ ਨਹੀਂ ਬਣਦੀ, ਤੁਹਾਡੀ ਜਿਹੜੀ ਜ਼ਿੰਦਗੀ ਹੈ ਮੁਕੱਦਮੇਬਾਜ਼ੀ ਦੇ ਵਿੱਚ ਬਰਬਾਦ ਹੋ ਰਹੀ ਹੈ ਔਰ ਤੁਹਾਨੂੰ ਮਜਬੂਰ ਹੋਣਾ ਪੈ ਰਿਹਾ ਦੂਸਰੇ ਵਿਆਹ ਕਰਾਉਣ ਵਾਸਤੇ, ਤਾਂ ਕੋਸ਼ਿਸ਼ ਕਰੋ ਜਿਹੜੀਆਂ ਤੁਸੀਂ ਸੈਰੇਮਨੀਜ਼ ਅਗਰ ਕੀਤੀਆਂ ਵੀ ਹੈ ਤਾਂ ਉਹ ਪ੍ਰਾਈਵੇਟ ਦੇ ਵਿੱਚ ਹੋ ਜਾਣ। ਉਸ ਦੇ ਸੰਬੰਧ ਵਿੱਚ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੋਣਾ ਚਾਹੀਦਾ। ਦੂਸਰੇ ਵਿਆਹ ਦੀ ਸਜ਼ਾ ਕਰਾਉਣ ਵਾਸਤੇ ਉਹਨਾਂ ਸੈਰੇਮਨੀਜ਼ ਨੂੰ, ਕਸਟਮ ਨੂੰ, ਯੂਸੇਜ ਨੂੰ ਜਿਹੜਾ ਹੈ ਸਾਬਿਤ ਕਰਨਾ ਬਹੁਤ ਜ਼ਰੂਰੀ ਹੈ। ਅਗਰ ਕੋਈ ਤੁਹਾਡਾ ਦੂਸਰੇ ਵਿਆਹ ਦਾ ਡਾਕੂਮੈਂਟ ਹੈ, ਉਹ ਜਿਹੜਾ ਡਾਕੂਮੈਂਟ ਤੁਹਾਨੂੰ ਸਜ਼ਾ ਕਰਾਉਣ ਵਾਸਤੇ ਸਫੀਸ਼ੀਐਂਟ ਨਹੀਂ ਹੈ। ਇਹ ਸਿਰਫ ਜਿਹੜਾ ਹੈ ਉਸ ਨੂੰ ਸਪੋਰਟ ਕਰ ਸਕਦੇ ਹਾਂ। ਇਸ ਕਰਕੇ ਜਿਹੜਾ ਅੱਜ ਕੱਲ੍ਹ ਜਿਹੜਾ ਮੰਨਿਆ ਜਾਂਦਾ ਹੈ, ਹੁਣ ਜਿਹੜੀ ਅਡਲਟਰੀ ਦੀ ਜਿਹੜੀ ਸੈਕਸ਼ਨ ਹੈ ਉਹ ਸੁਪਰੀਮ ਕੋਰਟ ਨੇ ਖਤਮ ਕਰ ਦਿੱਤੀ। ਇਨਸਾਨ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਕਦੇ ਵੀ ਰਹਿ ਸਕਦਾ ਹੈ, ਉਹ ਉਸ ਨੂੰ ਜਿਹੜਾ ਹੈ ਆਫੈਂਸ ਨਹੀਂ ਮੰਨਿਆ ਜਾਂਦਾ। ਪਰੰਤੂ ਕਈ ਵਾਰੀ ਜਿਹੜਾ ਹੈ ਦੂਸਰੀ ਬॉय ਜਾਂ ਗਰਲ ਕੰਪੈਲ ਕਰਨ ਲੱਗ ਜਾਂਦੇ ਆ ਕਿ ਮੇਰੇ ਨਾਲ ਜਿਹੜੀ ਹੈ ਪ੍ਰੋਪਰ ਮੈਰਿਜ ਕਰਾਈ ਜਾਵੇ। ਤਾਂ ਜਦੋਂ ਤੁਸੀਂ ਉਹ ਮੈਰਿਜ ਕਰਾਣੀ ਹੈ ਤਾਂ ਕੋਸ਼ਿਸ਼ ਕਰੋ ਉਸ ਦੀਆਂ ਸੈਰੇਮਨੀਜ਼ ਦਾ ਕੋਈ ਸਬੂਤ ਨਾ ਹੋਵੇ। ਅਗਰ ਪਤਨੀ ਜਾਂ ਪਤੀ ਤੁਹਾਡੀ ਦੂਸਰੀ ਸ਼ਾਦੀ ਜਿਹੜੀ ਹੈ ਸਾਬਤ ਕਰ ਦਿੰਦੀ ਹੈ ਤਾਂ ਇਹਦੇ ਵਿੱਚ ਜਿਹੜੀ ਹੈ 7 ਸਾਲ ਦੀ ਸਜ਼ਾ ਹੈ। ਦੂਸਰਾ ਵਿਆਹ ਕਾਨੂੰਨ ਦੇ ਵਿੱਚ ਵੈਲਿਡ ਨਹੀਂ ਮੰਨਿਆ ਜਾਂਦਾ ਹੈ। ਦੂਸਰਾ ਵਿਆਹ ਇਨਵੈਲਿਡ ਹੈ। ਜਿਹੜਾ ਇਸ ਤਰ੍ਹਾਂ ਹੈ, ਕਾਨੂੰਨ ਜਿਹੜਾ ਹੈ ਖੇਲਦਾ ਹੈ, ਇਸੇ ਤਰ੍ਹਾਂ ਤੁਸੀਂ ਜਿਹੜਾ ਹੈ ਕਾਨੂੰਨ ਨਾਲ ਵੀ ਖੇਲ ਸਕਦੇ ਹੋ। ਜਿਹੜਾ ਇਲਜ਼ਾਮ ਲਗਾਉਣਾ ਹੈ ਬਹੁਤ ਸੌਖਾ ਹੈ। ਜਦੋਂ ਤੱਕ ਉਸ ਇਲਜ਼ਾਮ ਨੂੰ ਕੋਰਟ ਦੇ ਵਿੱਚ ਸਾਬਤ ਨਹੀਂ ਹੋ ਜਾਂਦਾ ਤਦ ਤੱਕ ਤੁਹਾਨੂੰ ਸਜ਼ਾ ਨਹੀਂ ਹੋ ਜਾਏਗੀ। ਤੁਸੀਂ ਦੇਖਿਆ ਹੋਣਾ ਜਿਹੜੀ ਕਾਨੂੰਨ ਦੀ ਦੇਵੀ ਹੈ ਉਸ ਦੀ ਅੱਖਾਂ ਤੇ ਪੱਟੀ ਬੰਨੀ ਹੋਈ ਹੈ। ਇਸ ਦਾ ਮਤਲਬ ਹੈ ਉਸ ਨੂੰ ਦਿਖਾਈ ਕੁਛ ਨਹੀਂ ਦਿੰਦਾ। ਉਸ ਨੂੰ ਜੋ ਤੁਸੀਂ ਸਬੂਤ ਪੇਸ਼ ਕਰਕੇ ਜੋ ਕੁਛ ਉਹਦੇ ਕੰਨਾਂ ਨੂੰ ਸੁਣਾਓਗੇ ਤਾਂ ਹੀ ਜਿਹੜੀ ਹੈ ਤੁਹਾਨੂੰ ਜਿਹੜੀ ਸਜ਼ਾ ਹੋ ਸਕਦੀ ਹੈ। ਔਰ ਉਹ ਜਿਹੜੀ ਹੈ ਕਾਨੂੰਨ ਦੇ ਮੁਤਾਬਕ ਜਿਹੜੀ ਹੈ ਤੁਹਾਨੂੰ ਉਹ ਜਦ ਤੱਕ ਤੁਸੀਂ ਸਬੂਤ ਸਾਬਤ ਨਹੀਂ ਕਰ ਦਿੰਦੇ ਕੋਈ ਇਲਜ਼ਾਮ ਨੂੰ, ਉਦੋਂ ਤੱਕ ਜਿਹੜੀ ਹੈ ਸਜ਼ਾ ਨਹੀਂ ਹੋਏਗੀ। ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਤਾਂ ਜੋ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ। ਜਾਣਕਾਰੀ ਦੇ ਅਭਾਵ ਦੇ ਵਿੱਚ, ਅਗਰ ਜਾਣਕਾਰੀ ਨਹੀਂ ਹੈ, ਇਨਸਾਨ ਕੋਲ ਕਿਸੇ ਚੀਜ਼ ਦੇ ਸੰਬੰਧ ਵਿੱਚ ਗਿਆਨ ਨਹੀਂ ਹੈ ਤਾਂ ਜਿਹੜਾ ਹੈ ਉਸ ਦਾ ਮਨ ਭਟਕਦਾ ਹੈ। ਉਹ ਇੱਧਰ ਉੱਧਰ ਬਹੁਤ ਸਾਰੀਆਂ ਸਲਾਹਾਂ ਕਰਦਾ ਹੈ, ਉਸ ਨੂੰ ਬਹੁਤ ਸਾਰੀਆਂ ਗਲਤ ਸਲਾਹਾਂ ਮਿਲ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਉਹ ਗਲਤ ਸਟੈਪ ਚੱਕ ਲੈਂਦਾ ਹੈ। ਔਰ ਗਲਤ ਸਟੈਪ ਚੱਕਣ ਦੇ ਨਾਲ ਕਈਆਂ ਵਾਰੀ ਉਸ ਗਲਤ ਸਟੈਪ ਨੂੰ ਠੀਕ ਕਰਨ ਵਾਸਤੇ ਕਈ ਹੋਰ ਸਟੈਪ ਚੁੱਕਣੇ ਪੈਂਦੇ ਹਨ। ਮੈਂ ਇਸ ਕਰਕੇ ਕਹਿੰਦਾ ਹਾਂ ਅਗਰ ਕੋਈ ਵੀ ਤੁਸੀਂ ਸਟੈਪ ਚੁੱਕਣਾ ਹੈ ਤਾਂ ਬੜੇ ਸੋਚ ਸਮਝ ਕੇ ਸਟੈਪ ਚੁੱਕੋ। ਅਗਰ ਉਹ ਸਟੈਪ ਗਲਤ ਚੱਕਿਆ ਗਿਆ ਤਾਂ ਜਿਹੜੀ ਹੈ ਸਾਰੇ ਜੀਵਨ ਦੇ ਵਿੱਚ ਜਿਹੜੀ ਹੈ ਖੱਜਲ ਖੁਆਰੀ ਇਨਸਾਨ ਨੂੰ ਮਿਲਦੀ ਚਲੀ ਜਾਂਦੀ ਹੈ। ਕਚਹਿਰੀਆਂ ਦੇ ਵਿੱਚ ਤੁਹਾਨੂੰ 3 ਚੀਜ਼ਾਂ ਜਿਹੜੀਆਂ ਜ਼ਰੂਰ ਮਿਲਣਗੀਆਂ: ਪੈਸੇ ਦੀ ਬਰਬਾਦੀ, ਵਕਤ ਦੀ ਬਰਬਾਦੀ ਤੇ ਖੱਜਲ ਖੁਆਰੀ। ਇਸੇ ਕਰਕੇ ਮੈंने ਵੀਡੀਓ ਬਣਾਈ ਹੈ ਤਾਂ ਜੋ ਤੁਸੀਂ ਜਿਹੜੀ ਹੈ ਇਹਨਾਂ ਚੀਜ਼ਾਂ ਤੋਂ ਬਚ ਸਕੋ ਤੇ ਤੁਸੀਂ ਆਪਣਾ ਜੀਵਨ ਹੈ ਜਿਹੜਾ ਸ਼ਾਂਤਮਈ ਢੰਗ ਨਾਲ ਸੁਖੀ ਜੀ ਸਕੋ। ਕਾਨੂੰਨ ਦੇ ਮੁਤਾਬਕ ਜੋ ਅਪਰਾਧ ਹੈ, ਗੁਨਾਹ ਹੈ, ਉਹ ਕਦੇ ਨਹੀਂ ਕਰਨਾ, ਕਿਉਂ ਉਹਦੇ ਨਾਲ ਜਿਹੜੀ ਹੈ ਮਨ ਦੀ ਜਿਹੜੀ ਹੈ ਬੰਦੇ ਨੂੰ ਅਸ਼ਾਂਤੀ ਮਿਲਦੀ ਹੈ। ਲੇਕਿਨ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ, ਅਗਰ ਤੁਸੀਂ ਮਜਬੂਰ ਹੋ ਤਾਂ ਜਿਹੜਾ ਹੈ ਕਾਨੂੰਨ ਦੇ ਜਿਹੜੇ ਦਾਅ ਪੇਚ ਹੈ, ਪੇਚੀਦਗੀਆਂ ਨੇ, ਉਹਨਾਂ ਨੂੰ ਸਮਝ ਕੇ ਤੁਸੀਂ ਜਿਹੜਾ ਹੈ ਆਪਣੇ ਅੱਗੇ ਜਿਹੜਾ ਹੈ ਸਟੈਪ ਚੁੱਕਿਓ।